Hello students, we will continue with our lesson 5 principles of inheritance and variation. आज ਅਸੀਂ अपने दो टॉपिक्स डिस्कस करांगे इनकम्प्लीट डोमिनेंस एंड कोडोमिनेंस। सो इनकम्प्लीट डोमिनेंस डिस्कस करन तो पहला मैं ਕੰਪਲੀਟ ਡੋਮੀਨੈਂਸ ਜਿਹੜਾ ਹੈਗਾ ਉਹ ਅਸੀਂ ਇੱਕ ਵਾਰ ਫਿਰ ਡਿਸਕਸ ਕਰ ਲੈਂਦੇ ਹਾਂ। ਮੈਂ ਆਪਣੀ ਪ੍ਰੀਵੀਅਸ ਵੀਡੀਓ ਦੇ ਵਿੱਚ ਵੈਸੇ ਇਹਦੇ ਬਾਰੇ ਦੱਸਿਆ ਹੈਗਾ ਆ, ਪਰ ਸਟੂਡੈਂਟਸ ਦੇਖੋ ਕੰਪਲੀਟ ਡੋਮੀਨੈਂਸ ਦੇ ਵਿੱਚ ਕੀ ਹੁੰਦਾ ਹੈਗਾ ਆ। A complete dominance is when a dominant allele completely mask the effects of a recessive allele. Recessive allele ਜਿਹੜਾ ਹੈਗਾ ਉਹਦੇ ਇਫੈਕਟ ਨੂੰ ਜਦੋਂ ਡੋਮੀਨੈਂਟ allele completely mask ਕਰ ਲੈਂਦੀ ਹੈਗੀ ਆ, ਉਹਨੂੰ ਡੋਮੀਨੇਟ ਕਰ ਲੈਂਦੀ ਹੈ, ਉਹਨੂੰ ਕੰਪਲੀਟ ਡੋਮੀਨੈਂਸ ਕਹਿੰਦੇ ਹੈਗੇ ਆ। ਤੇ ਇਹਦੇ ਨਾਲ ਜਿਹੜਾ ਬਣਦੇ ਹੈਗੀਆਂ ਆਰਗੇਨਿਜ਼ਮਸ ਉਹ ਫਿਜ਼ੀਕਲ ਅਪੀਅਰੈਂਸ ਦੇ ਵਿੱਚ ਬਿਲਕੁਲ ਆਪਣੇ ਪੇਰੈਂਟਸ ਕਿਸੇ ਇੱਕ ਪੇਰੈਂਟ ਵਰਗੇ ਹੁੰਦੇ ਹੈਗੇ ਆ ਕਿ ਜੇ F1 ਹਾਈਬ੍ਰਿਡ ਦੀ ਗੱਲ ਕਰੀਏ ਤਾਂ ਡੋਮੀਨੈਂਟ ਪੇਰੈਂਟ ਦੀ ਤਰ੍ਹਾਂ ਹੀ ਹੋਏਗਾ, ਤੇ F2 ਦੇ ਵਿੱਚ ਜਿਹੜੇ ਰਿਸੈਸਿਵ ਪੇਰੈਂਟ ਹੈਗੇ ਉਹਦੇ ਕਰੈਕਟਰਸ ਵੀ ਸ਼ੋ ਹੁੰਦੇ ਆ। मतलब कि कंप्लीट डोमीनेंस ਦੇ ਵਿੱਚ ਕੋਈ ਵੀ ਬਲੈਂਡਿੰਗ ਜਾਂ ਮਿਕਸਿੰਗ ਜਿਹੜੀ ਹੈਗੀ ਆ ਉਹ ਆਰਗੇਨਿਜ਼ਮਸ ਦੇ ਵਿੱਚ ਹਾਈਬ੍ਰਿਡ ਆਰਗੇਨਿਜ਼ਮਸ ਦੇ ਵਿੱਚ ਨਹੀਂ ਸ਼ੋ ਹੁੰਦੀ ਹੈ। ਹੁਣ ਸਟੂਡੈਂਟਸ ਇਹ ਤੋਂ ਦੇਖੋ ਜਿੱਦਾਂ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਹੈ ਕਿ ਪੇਰੈਂਟਸ ਹੈ ਟਾਲ ਐਂਡ ਡਵਾਰਫ ਪਲਾਂਟ ਲਈ ਗੈਮੀਟਸ ਬਣੇ ਹੈਗੇ ਆ। ਹਰ ਇੱਕ ਗੈਮੀਟ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਦੋਨਾਂ ਵਿੱਚੋਂ ਇੱਕ ਇੱਕ ਕਲੀ ਜਿਹੜਾ ਗੈਮੀਟਸ ਦੇ ਵਿੱਚ ਜਾਂਦਾ ਆ। ਫਿਰ F1 ਹਾਈਬ੍ਰਿਡਾਈਜੇਸ਼ਨ ਦੇ ਵਿੱਚ ਤੁਸੀਂ ਦੇਖੋ ਕਿ ਸਾਰੇ ਜਿਹੜੇ ਹੈਗੇ ਉਹ ਟਾਲ ਪਲਾਂਟਸ ਬਣੇ ਹੈ। अपने होमोजाइगस पेरेंट हैगा या और ये हैगी आ हेट्रोजाइगस हाइब्रिड्स बने हैगे आ, पर ये हेट्रोजाइगस डोमिनेंट हाइब्रिड्स हैगे आ एंड ऑल आर टॉल। कोई भी ब्लेंडिंग या मिक्सिंग जेडी ओ F1 जनरेशन विच शो नहीं हुई। फिर F1 जनरेशन वाले जेडे हाइब्रिड्स है जदों उन्हां दी सेल्फ पॉलिनेशन करवाई जांदी हैगी आ तां F2 हाइब्रिड्स जेडे हैगे आ F2 ਹਾਈਬ੍ਰਿਡਸ ਜਿਹੜੇ ਹੈਗੇ ਆ ਉਹ ਦੇਖੋ ਤੁਸੀਂ ਸਟੂਡੈਂਟਸ ਇਹ ਵਾਲੇ F2 ਹਾਈਬ੍ਰਿਡਸ ਵਿੱਚ ਜੀਨੋਟਾਈਪ ਬਣਦੇ ਆ। ਫੀਨੋਟਾਈਪਿਕ ਰੇਸ਼ੋ ਇਜ਼ 3:1। ਤਿੰਨ ਟਾਲ ਹੈ, ਇਹ ਤਿੰਨੋਂ ਟਾਲ ਹੈਗੇ ਆ ਔਰ ਇਹ ਡਵਾਰਫ ਹੈਗਾ ਆ ਪਲਾਂਟ, ਯਾਨੀ ਕਿ ਫੀਨੋਟਾਈਪਿਕ ਰੇਸ਼ੋ 3:1 ਬਣਦੀ ਹੈ ਤੇ ਜੀਨੋਟਾਈਪਿਕ ਰੇਸ਼ੋ ਕੀ ਹੈ 1। ਇਹ ਦੋ ਹੈਗੀ ਆ 1:2:1। ਇਹ ਤਾਂ ਸਟੂਡੈਂਟ ਸੀਗਾ ਕੰਪਲੀਟ ਡੋਮੀਨੈਂਸ। ਹੁਣ ਅਸੀਂ ਡਿਸਕਸ ਕਰਾਂਗੇ ਇਨਕੰਪਲੀਟ ਡੋਮੀਨੈਂਸ। Incomplete dominance is when a dominant allele does not completely mask the effects of a recessive allele and the organism's resulting physical appearance shows a blending of both alleles. Incomplete dominance ਕਦੋਂ ਹੁੰਦੀ ਹੈ ਕਿ ਜਦੋਂ dominant allele ਜਿਹੜੀ ਆ ਉਹ ਪੂਰੀ ਤਰ੍ਹਾਂ recessive allele ਜਿਹੜਾ ਹੈਗਾ ਆ ਉਹਦੇ ਇਫੈਕਟ ਨੂੰ completely mask ਨਹੀਂ ਕਰਦੀ ਹੈਗੀ ਹੈ। और ਜਿਹੜਾ ਆਰਗੇਨਿਜ਼ਮਸ ਬਣਦੇ ਹੈਗੇ ਆ ਉਹ ਫਿਜ਼ੀਕਲ ਅਪੀਅਰੈਂਸ ਦੇ ਵਿੱਚ ਦੋਨੋਂ ਜਿਹੜੇ ਹੈਗੇ ਅਲੀਜ਼ ਹੈਗੇ ਉਹਨਾਂ ਦੀ ਬਲੈਂਡਿੰਗ ਮਿਕਸਿੰਗ ਸ਼ੋ ਕਰਦੇ ਹੈਗੇ ਆ। ਔਰ ਇਨਕੰਪਲੀਟ ਡੋਮੀਨੈਂਸ ਨੂੰ ਸੈਮੀ ਡੋਮੀਨੈਂਸ ਜਾਂ ਪਾਰਸ਼ਲ ਡੋਮੀਨੈਂਸ ਵੀ ਕਹਿੰਦੇ ਆ। ਇਨਕੰਪਲੀਟ ਡੋਮੀਨੈਂਸ ਨੂੰ ਸੈਮੀ ਡੋਮੀਨੈਂਸ ਔਰ ਪਾਰਸ਼ਲ ਡੋਮੀਨੈਂਸ। ਸਟੂਡੈਂਟਸ ਇਹ ਤੁਸੀਂ ਟਰਮ ਜ਼ਰੂਰ ਧਿਆਨ ਵਿੱਚ ਰੱਖਣੀ ਹੈ कि incomplete dominance is also known as semi dominance or partial dominance। ਹੁਣ ਇਹਨੂੰ ਡਿਸਕਸ ਕਰਨ ਦੇ ਲਈ ਕੀ ਹੋਇਆ ਕਿ ਜਦੋਂ ਐਕਸਪੈਰੀਮੈਂਟਸ ਦੂਸਰੇ ਪਲਾਂਟਸ ਤੇ ਕੰਡਕਟ ਕੀਤੇ ਗਏ ਤਾਂ ਸਮਟਾਈਮਸ ਦਾ F1 had a phenotype that did not resemble either of the parents and was in between of the two। ਜਿਵੇਂ ਐਗਜ਼ਾਮਪਲ ਲਈ ਹੈਗੀ snapdragon ਔਰ dog flower। ਉਹਨੂੰ ਵੀ snapdragon is also known as dog flower। ਉਹਦਾ ਬਾਇਓਲੋਜੀਕਲ ਨੇਮ ਹੈਗਾ ਆ ਐਂਟੀਰੀਨੀਅਮ ਸਪੀਸੀਜ਼। ਉਹਦੇ ਫਲਾਵਰ ਕਲਰ ਨੂੰ ਯੂਜ਼ ਕਰਕੇ ਐਕਸਪੈਰੀਮੈਂਟ ਕੀਤਾ ਗਿਆ ਟੂ ਸ਼ੋ ਦ ਇਨਕੰਪਲੀਟ ਡੋਮੀਨੈਂਸ। ਟਰੂ ਬਰੀਡਿੰਗ ਰੈੱਡ ਕਲਰ ਫਲਾਵਰਸ ਜਿਹੜੇ ਸੀਗੇ ਉਹਨਾਂ ਨੂੰ ਕ੍ਰਾਸ ਕਰਵਾਇਆ ਗਿਆ ਵਿਦ ਟਰੂ ਬਰੀਡਿੰਗ ਵਾਈਟ ਕਲਰ ਫਲਾਵਰਸ। ਟਰੂ ਬਰੀਡਿੰਗ ਰੈੱਡ ਕਲਰ ਫਲਾਵਰਸ ਨੂੰ ਕ੍ਰਾਸ ਕਰਵਾਇਆ ਗਿਆ ਵਿਦ ਟਰੂ ਬਰੀਡਿੰਗ ਵਾਈਟ ਕਲਰ ਫਲਾਵਰਸ। ਇਹ ਗੈਮੀਟਸ ਹੈਗੇ ਆ और F1 जनरेशन ਦੇ ਵੀ ਜਿੰਨੇ ਵੀ ਜਿਹੜੇ ਪਲਾਂਟਸ ਬਣੇ ਹੈਗੇ ਆ they all was pink and when the F1 ਜਿਹੜੇ ਫਿਰ F1 ਜਨਰੇਸ਼ਨ ਵਿੱਚ ਸਾਰੇ ਜਿਹੜੇ ਪਿੰਕ ਫਲਾਵਰਸ ਬਣੇ ਹੈਗੇ ਆ ਉਹਨਾਂ ਨੂੰ ਜਦੋਂ ਸੈਲਫ ਪੋਲੀਨੇਟਡ ਕਰਵਾਇਆ ਗਿਆ ਤਾਂ F2 ਦੇ ਵਿੱਚ ਇਹ ਫਲਾਵਰਸ ਬਣੇ ਆ। ਫੀਨੋਟਾਈਪਿਕ ਰੇਸ਼ੋ ਕੀ ਹੈਗੀ ਆ ਰੈੱਡ ਪਿੰਕ ਔਰ ਵਾਈਟ 1:2:1।
यानी कि 3:1 ਜਿਹੜੀ ਕੰਪਲੀਟ ਡੋਮੀਨੈਂਸ ਵਿੱਚ ਰੇਸ਼ੋ ਆਈ ਸੀ ਉਹ ਇੱਥੇ ਨਹੀਂ ਆ ਰਹੀ ਹੈ, ਕਿਉਂਕਿ ਇੱਥੇ ਕੀ ਹੋਇਆ ਕਿ ਇਹਨਾਂ ਦੀ ਬਲੈਂਡਿੰਗ ਹੋਈ ਹੈ, ਮਿਕਸਿੰਗ ਹੋ ਕੇ ਸਾਰੇ F1 ਜਨਰੇਸ਼ਨ ਵਿੱਚ ਪਿੰਕ ਫਲਾਵਰਸ ਬਣੇ। ਪਿੰਕ ਫਲਾਵਰਸ ਦੀ ਜਦੋਂ ਸੈਲ ਪੋਲੀਨੇਸ਼ਨ ਕਰਵਾਈ ਗਈ ਤਾਂ ਫੀਨੋਟਿਪਿਕ और जीनोटिपिक रेशो ਜਿਹੜੀ ਆ ਉਹ ਕੀ ਬਣੀ 1:2:1। 1 रेड फ्लावर, 2 पिंक फ्लावर्स और 1 रेड फ्लावर बनिया। जीनोटिपिक रेशो एग्जैक्टली सेम है जिद्दां दे मैंडेलियन दे असीं एक्सपैक्ट कीता है कि बाकी मोनोहाइब्रिड क्रॉस दे विच बनदी है, पर फिनोटिपिक रेशो जिहड़ी आ 3:1 तो चेंज होके वो की होगी 1:2:1। की होया हुण कि वाज दैट आर जिहड़ा हैगा आ ये कंप्लीटली डोमीनेंट नहीं हैगा आ स्मॉल आर पे। R was not, capital R was not completely dominant over small recessive allele ਤੇ ਉਹ completely dominant नहीं ਸੀਗਾ। So this made it possible to distinguish RR as pink from red and white। So students ਇਹ ਸਾਰਾ ਕੁਝ ਤੁਹਾਡਾ ਜਿਹੜਾ ਹੈਗਾ ਆ ਉਹ incomplete dominance ਹੈ। ਹੁਣ incomplete dominance can occur because neither of the two alleles is fully dominant। ਜਿਹੜੇ ਇਹ ਦੋਨੋਂ alleles ਹੈ रेड और white ਦੇ, ਇਹ ਦੋਨਾਂ ਵਿੱਚੋਂ ਕੋਈ ਵੀ fully dominant ਨਹੀਂ ਹੈਗਾ ਆ ਇੱਕ ਦੂਸਰੇ ਦੇ ਉੱਪਰ। This results in a phenotype that is different from both the dominant and recessive alleles and appears to be mixture of both। ਹੁਣ ਜਦੋਂ ਇੱਕ dominant ਹੋਏਗੀ ਜਿਵੇਂ complete dominance ਹੈ, ਫਿਰ ਤਾਂ F1 ਜਨਰੇਸ਼ਨ ਦੇ ਵਿੱਚ ਸਾਰੇ ਜਿਹੜੇ ਹੈਗੇ ਆ ਉਹ ਇੱਕ ਪੇਰੈਂਟ ਨੂੰ ਰਿਜ਼ੈਂਬਲ ਕਰਦੇ ਹੋਏ ਹੀ ਫੀਨੋਟਿਪਿਕ ਉਹਦੇ ਵਿੱਚ ਬਣਨਗੇ, ਪਰ ਔਰ ਫੀਨੋਟਿਪਿਕ ਰੇਸ਼ੋ F2 ਦੇ ਵਿੱਚ ਕੀ ਬਣੀ 3:1, ਜੀਨੋਟਿਪਿਕ ਰੇਸ਼ੋ 1:2:1। ਤੇ ਇਨਕੰਪਲੀਟ ਡੋਮੀਨੈਂਸ ਵਿੱਚ ਕੀ ਹੋਇਆ ਕਿ ਮਿਕਸਿੰਗ ਹੋ ਗਈ, ਬਲੈਂਡਿੰਗ ਹੋ ਗਈ ਹੈਗੀ ਆ। ਦੋਨਾਂ ਵਿੱਚੋਂ ਕੋਈ ਵੀ ਅਲੀ ਕੰਪਲੀਟਲੀ ਇੱਕ ਦੂਸਰੇ ਤੇ ਡੋਮੀਨੈਂਟ ਨਹੀਂ ਹੈ, ਬਲੈਂਡਿੰਗ ਹੋਈ ਹੈ, ਮਿਕਸਿੰਗ ਹੋਈ ਹੈ। ਤੇ F2 ਦੇ ਵਿੱਚ phenotypic and genotypic ratio ਕੀ ਬਣੀ ਹੈ 1:2:1। So students this is all about complete and incomplete dominance। ਹੁਣ ਅਸੀਂ ਇਸ ਤੋਂ ਬਾਅਦ ਡਿਸਕਸ ਕਰਾਂਗੇ ਕੋਡੋਮੀਨੈਂਸ ਟੌਪਿਕ। Now students we will discuss our next topic, codominance। Codominance, in case of codominance the F1 generation resembles both parents। codominance means हैगा कि F1 generation जिहड़े हैगी है that resembles both the parents, means both alleles are equally expressed। दोनों alleles जिहड़े आ वो equally express होंगे। जिमें एग्जाम्पल नहीं हैगी है डिफरेंट टाइप ऑफ रेड ब्लड सेल्स दैट डिटरमाइन ABO ब्लड ग्रुपिंग इन ह्यूमन्स। ह्यूमन्स ਦੇ ਵਿੱਚ ABO ब्लड ग्रुपिंग हैगी है और ਜਿਹੜੇ डिफरेंट टाइप ऑफ रेड ब्लड सेल्स हैगे आ वो डिटरमाइन करते हैं ABO ब्लड ग्रुपिंग। ABO ਜਿਹੜੀ ब्लड ग्रुप्स हैगे आ ਉਹਨਾਂ ਨੂੰ ਕਿਹੜੀ ਜੀਨ ਕੰਟਰੋਲ ਕਰਦੀ ਹੈ, जीन I कंट्रोल द ABO ब्लड ग्रुपिंग इन ह्यूमन्स। और स्टूडेंट्स ਜਿਹੜੇ ਪਲਾਜ਼ਮਾ ਮੈਂਬਰੇਨ ਹੁੰਦੀ ਹੈ ਰੈੱਡ ਬਲੱਡ ਸੈਲਸ ਦੀ ਪਲਾਜ਼ਮਾ ਮੈਂਬਰੇਨ, ਉਹਦੇ ਵਿੱਚ ਸ਼ੂਗਰ ਪੋਲੀਮਰਸ ਹੁੰਦੇ ਆ ਜਿਹੜੇ ਉਹਦੇ ਦੈਟਸ ਪ੍ਰੋਟਰੂਡ ਫਰੋਮ ਇਟਸ ਸਰਫੇਸ, ਉਹਦੇ ਸਰਫੇਸ ਤੋਂ ਇਸ ਤਰ੍ਹਾਂ ਬਾਹਰ ਨੂੰ ਨਿਕਲੇ ਹੋਏ ਹੁੰਦੇ ਆ ਸ਼ੂਗਰ ਪੋਲੀਮਰਸ। ਐਂਡ ਦਾ ਕਾਈਂਡ ਆਫ ਸ਼ੂਗਰ ਇਜ਼ ਕੰਟਰੋਲਡ ਬਾय ਦਾ जीन I। ਹੁਣ ਇਹ ਜਿਹੜੀ जीन I ਹੈਗੀ ਹੈ ਇਟ ਹੈਜ਼ 3 ਅਲੀਜ਼। जीन I ਦੇ 3 ਅਲੀਜ਼ ਹੈਗੇ ਆ IA, IB and small I। Okay students, in humans the ABO blood grouping is controlled by gene I और gene I ਜਿਹੜੀ ਹੈਗੀ ਹੈ ਉਹਦੇ 3 ਅਲੀਜ਼ ਹੁੰਦੇ ਆ IA, IB and small I। ਇਹ ਜਿਹੜੇ ਅਲੀਜ਼ ਹੈਗੇ ਆ IA and IB they produce a slightly different form of sugar। ਇਹ ਜਿਹੜੇ ਦੋਨੋਂ ਅਲੀਜ਼ ਹੈਗੇ ਆ they produce a different type of sugar। ਇਹ sugar produce ਕਰਦੇ ਹੈਗੇ ਆ। but ਜਿਹੜਾ small I allele small I है that does not produce any sugar। ये ਜਿਹੜੀ small I है it does not produce any sugar, ये कोई sugar produce नहीं करती। स्टूडेंट्स ये तुसी ध्यान देना हैगा या कि in humans ABO blood grouping is controlled by gene I
एंड जीन आई दे 3 अलीज हैगे आ, आई ए आई बी एंड स्मॉल आई ए एंड आई बी जिहड़े हैगे आ दे प्रोड्यूस slightly different form of sugar and ali small I ਜਿਹੜੀ ਹੈ that does not produce any sugar। ਹੁਣ humans ਕੀ ਆ, they are diploid organisms ਹੈਗੇ ਆ, so each person have any two of the three I gene allele। ਇਹ ਜਿਹੜੇ ਤਿੰਨ ਜੀਨ ਆਈ ਦੇ ਅਲੀਜ਼ ਹੈਗੇ ਆ, ਹੁਣ ਹਿਊਮਨਸ ਕੀ ਆ, they are diploid organisms, ਇਸ ਕਰਕੇ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਦੋ ਜਿਹੜੇ ਅਲੀਜ਼ ਹੈਗੇ ਆ ਉਹ ਹਰ ਇੱਕ ਪਰਸਨ ਦੇ ਵਿੱਚ ਹੋਣਗੇ। आई ए एंड आई बी आर कंप्लीटली डोमीनेंट ओवर स्मॉल आई। ये जेडे दोनों अलीज हैगी आ, ये डोमीनेंट अलीज हैगी आ ओवर दिस अली। स्मॉल आई अली दे उत्ते केड़े डोमीनेंट हैगे आ, आई ए एंड आई बी अलीज। एंड व्हेन आई ए एंड आई स्मॉल आई जदों ये दोनों अलीज प्रेजेंट होंगे तब की है ये डोमीनेंट हैगा या ये डोमीनेंट है ਇਹਦੇ ਉੱਤੇ ਤਾਂ ਕੀ ਹੋਏਗਾ कि only IA expresses because small I does not produce any sugar। इसी तरह ही जदों IB और small I present हैगी आ ਤਾਂ सिर्फ यही express होएगा क्योंकि ये जड़ा हैगा या ਇਹਦੇ ਉੱਤੇ dominant हैगा because small I does not produce any sugar। ਤੇ ਜਦੋਂ IA and IB दोनों प्रेजेंट हैगी है तो की है कि दोनों अलीज जड़े हैगे दे प्रोड्यूस शुगर, इस करके दोनों ही जड़े हैगे हैं बोथ एक्सप्रेस देयर ओन टाइप ऑफ शुगर्स। ये एग्जांपल है कोडोमिनेंस दी कि दोनों अलीज जड़े हैं उन्होंने अपने दोनों ने अपनी इफेक्ट्स जड़े हैगे आ वो शो करने हैगे आ। दिस इज बिकॉज ऑफ कोडोमिनेंस, हेंस रेड ब्लड सेल्स हैव बोथ ए एंड बी टाइप ऑफ शुगर्स। हुन स्टूडेंट्स अलीज कितने हैगे आ, तीन अलीज हैगी आ, आई ए आई बी एंड स्मॉल आई। देयर आर 3 डिफरेंट अलीज एंड देयर आर 6 डिफरेंट कॉम्बिनेशंस। जे तुसी ए वाला जेड़ा हैगा या टेबल देखोगे, दिस टेबल शोज द जेनेटिक बेसिस ऑफ द ब्लड ग्रुप्स ऑफ ह्यूमन पॉपुलेशन। हुन स्टूडेंट्स इस टेबल नु ध्यान दे नाल देखो, ये जेड़ा कॉलम है ये हैगा अली फ्रॉम पेरेंट 1, दिस कॉलम शोज अली फ्रॉम पेरेंट 2, this shows genotype of offsprings and this shows the blood group of genotype। on student जे parent 1 ਦੇ ਵਿੱਚ ਅਲੀ IA present ਹੈ, parent 2 ਦੇ ਵਿੱਚ ਵੀ ਅਲੀ IA present ਹੈ, ਤਾਂ offsprings ਵਿੱਚ genotype ਕਿਹੜਾ ਆਏਗਾ IA ਤੇ blood group ਹੋਏਗਾ ਉਹਦਾ A। ਹੁਣ parent A ਦੇ ਵਿੱਚ ਅਲੀ IA ਹੈਗਾ ਜਾਂ parent 2 ਦੇ ਵਿੱਚ ਅਲੀ IB ਹੈਗਾ ਜਾਂ दोनों अलीज ਜਿਹੜੇ ਆ ਉਹ ਐਕਸਪ੍ਰੈਸ ਕਰਨਗੇ and because of the codominance the offspring with genotype ਆਏਗਾ IA IB ਤੇ ਉਹਦਾ blood group ਹੋਏਗਾ AB। ਇਸੇ ਤਰ੍ਹਾਂ ਹੀ ਥਰਡ ਦੇਖੋ ਤੁਸੀਂ, parent 1 ਦੇ ਵਿੱਚ ਅਲੀ IA ਹੈ, parent 2 ਦੇ ਵਿੱਚ ਅਲੀ ਹੈ small I that does not produce any sugar, offspring the genotype ਹੈ IA and IA ਜਿਹੜਾ ਹੈ ਉਹ ਐਕਸਪ੍ਰੈਸ ਕਰੇਗਾ ਕਿਉਂਕਿ ਉਹ ਸ਼ੂਗਰ ਪ੍ਰੋਡਿਊਸ ਕਰ ਰਿਹਾ ਹੈਗਾ ਆ, ये एक्सप्रेस नहीं करेगा बिकॉज इट डज नॉट प्रोड्यूस एनी शुगर ते ब्लड ग्रुप की होएगा ए। जदों सेम वही हो गया कि पेरेंट जड़ा है 1 दे विच अली IB है, पेरेंट 2 दा अली IA है ते ऑफस्प्रिंग दा जीनोटाइप IA IB है ते दोनों एक्सप्रेस कर रहे हैगे हैं, इस करके ब्लड ग्रुप की होएगा जीनोटाइप, ब्लड ग्रुप ऑफ जीनोटाइप इज AB। उस तो बाद अगे पेरेंट 1 दे तो अली IB, पेरेंट 2 दा अली IB है, ऑफस्प्रिंग दा जीनोटाइप होएगा IB ते ब्लड ग्रुप होएगा B। उस तो बाद नेक्स्ट हैगा पेरेंट 1 दे विच अली IB, पेरेंट 2 दे विच अली हैगा या स्मॉल I है, इट डज नॉट प्रोड्यूस एनी शुगर, जीनोटाइप ऑफ द ऑफस्प्रिंग IB and IB is dominant over small I because small I does not produce any, this allele does not produce any sugar ਤੇ blood group of genotype ਹੋਏਗਾ B। ਹੁਣ ਜਦੋਂ parent 1 ਦੇ ਵਿੱਚ ਅਲੀ ਹੈਗਾ ਜਾਂ small I, parent 2 ਦਾ ਅਲੀ small I ਹੈ, genotype of offsprings ਹੈਗਾ small I ਇਹ ਦੋਨੋਂ ਅਲੀ ਹੈ ਦੇ does not produce any sugar ਹੈ ਤੇ blood group ਕੀ ਹੋਏਗਾ genotype ਦਾ O। ਸੋ ਸਟੂਡੈਂਟ ਤੁਸੀਂ ਇਹ ਤੋਂ ਧਿਆਨ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਅਲੀ ਜਿਹੜੇ ਹੈਗੀ ਆ 3 ਹੈ IA IB ਐਂਡ small I
कॉम्बिनेशंस 6 बन रही है। ए वाला कॉम्बिनेशन, सेकंड, थर्ड, फोर्थ, फिफ्थ, सिक्स्थ। ए वाला और ए वाला सेम कॉम्बिनेशन है। कॉम्बिनेशन जेडे हैगे आ वो 6 बन रहे हैगे हैं एंड देयरफॉर अ टोटल ऑफ 6 डिफरेंट जीनोटाइप्स ऑफ ह्यूमन ए बी ब्लड टाइप्स जेडे हैगे आ वो बनते हैं। 6 डिफरेंट जीनोटाइप ए बी, 6 different genotypes। A वाला 2, 3, 4, 5, 6 6 different genotypes ਇਹਦੇ ਵਿੱਚ ਬਣੇ। So students, this is all about codominance। ਹੁਣ ਉਸ ਤੋਂ ਬਾਅਦ ਸਟੂਡੈਂਟਸ ਇੱਕ ਨੈਕਸਟ ਸਾਡਾ ਛੋਟਾ ਜਿਹਾ ਟੌਪਿਕ ਆਉਂਦਾ ਹੈਗਾ ਆ ਟੂ ਅਲੀਜ਼ ਐਂਡ ਮਲਟੀਪਲ ਅਲੀਜ਼ ਦਾ। ਸਟੂਡੈਂਟਸ ਟੂ ਅਲੀਜ਼ ਜਿਹੜੇ ਹੈਗੇ ਆ, ਜਿਵੇਂ ਅਸੀਂ ਇਨਕੰਪਲੀਟ ਡੋਮੀਨੈਂਸ ਔਰ ਕੰਪਲੀਟ ਡੋਮੀਨੈਂਸ ਦੇ ਵਿੱਚ ਲਿਆ ਸੀ। ਜਿਵੇਂ ਕੰਪਲੀਟ ਡੋਮੀਨੈਂਸ ਵਿੱਚ ਕਰੈਕਟਰ ਹਾਈਟ ਦਾ ਲੈ ਕੇ ਮੈਂਡਲ ਨੇ ਆਪਣੇ ਐਕਸਪੈਰੀਮੈਂਟਸ ਕੀਤੇ ਸੀ। ਉਹਨੇ ਦੋ ਕੰਟਰਾਸਟਿੰਗ ਟ੍ਰੇਟਸ ਲਏ, ਟॉल एंड dwarf। कैपिटल T is used for tall trait and small t is used for dwarf traits। ਹੁਣ ਜਿਹੜੇ T and T है ये दोनों की है टू, these are alleles of each other। ये टू alleles दी एग्जांपल हो गई। प्लांट्स विच की हुंदा पेयर ऑफ alleles for height की आएगा कैपिटल टी होमोजाइगस डोमिनेंट, हेट्रोजाइगस डोमिनेंट एंड होमोजाइगस रिसेसिव। उस तो बाद स्टूडेंट्स एक थोड़ा छोटा जिहा टॉपिक है मल्टीपल अलीज। मल्टीपल अलीज, मोर देन टू अलीज। ਜਿਹੜਾ ए बी ओ ब्लड ग्रुपिंग हैगी आ, इट इज अ गुड एग्जांपल ऑफ मल्टीपल अलीज क्योंकि ਇਹਦੇ ਵਿੱਚ मोर देन टू अलीज हैगी आ। जीन आई ਦੇ ਕਿੰਨੇ ਅਲੀਜ਼ ਹੈਗੇ ਆ? 3 ਅਲੀਜ਼ ਹੈਗੇ ਆ, आई ए आई बी एंड स्मॉल आई। सो मल्टीपल अलीज ਦੀ एग्जांपल ਕਿਹੜੀ ਹੈਗੀ ਆ? ए बी ओ ब्लड ग्रुपिंग इज अ वेरी गुड एग्जांपल ऑफ मल्टीपल अलीज दैट इज मोर देन टू अलीज। ABO ब्लड ग्रुपिंग ਨੂੰ ਜੀਨ I ਕੰਟਰੋਲ ਕਰਦੀ ਹੈ ਤੇ ਜੀਨ I ਦੇ 3 ਅਲੀਜ਼ ਹੈਗੇ ਆ, IA, IB ਐਂਡ ਸਮਾਲ I। ਸੋ ਸਟੂਡੈਂਟ, ਦਿਸ ਇਜ਼ ਆਲ ਅਬਾਊਟ ਕੰਪਲੀਟ ਡੋਮੀਨੈਂਸ, ਇਨਕੰਪਲੀਟ ਡੋਮੀਨੈਂਸ ਐਂਡ ਕੋਡੋਮੀਨੈਂਸ। ਤੇ ਅਸੀਂ ਦੋ ਛੋਟੇ ਜਿਹੇ ਟੌਪਿਕਸ ਡਿਸਕਸ ਕੀਤੇ ਹੈਗੇ ਆ, ਟੂ ਅਲੀਜ਼ ਐਂਡ ਮਲਟੀਪਲ ਅਲੀਜ਼ ਦਾ। ਆਈ ਹੋਪ ਸਟੂਡੈਂਟਸ ਤੁਹਾਨੂੰ ਅੱਜ ਦਾ ਲੈਕਚਰ ਸਮਝ ਆ ਗਿਆ ਹੋਵੇਗਾ। ਥੈਂਕ ਯੂ ਸੋ ਮਚ।